सो इसे ते अज की चर्चा जिहड़ी है वो करांगे। मेरे नाल दो खास मेहमान बिक्रमजीत सिंह रिसर्च एनालिस्ट ने, साडे रिसर्च करस्पोंडेंट ने, वो भी जुड़नगे। इस तो इलावा सोनिया जैसवाल विमन केयर फाउंडेशन दे नाल ये संबंधित ने और ਜਿਹੜੀਆਂ खास करके फीमेल्स ਨੂੰ ओल्ड एज ਦੇ ਵਿੱਚ ਆ ਕੇ किस तरह ਦੀਆਂ ਜਿਹੜੀਆਂ ਟੈਂਸ਼ਨਸ ਨੇ, किस तरह ਦੇ ਜਿਹੜੇ ਹਾਲਾਤ ਹੈ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਉਸੇ ਤੇ ਚਰਚਾ ਕਰਾਂਗੇ। ਔਰ ਸਵਾਲ ਬੜਾ ਅਹਿਮ ਹੈ। ਹੁਣੇ ਸੁਨੀਆ ਜੀ ਤੁਹਾਡੇ ਤੋਂ ਸ਼ੁਰੂ ਕਰਦਾ। ਹੁਣੇ ਅਸੀਂ ਇੱਕ ਰਿਪੋਰਟ ਦੇਖੀ ਔਰ ਤੁਸੀਂ ਵੀ ਦੇਖੀ। ਇੱਕ ਹਫ਼ਤੇ ਦੇ ਵਿੱਚ 3 ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਬੱਚਿਆਂ ਦੇ ਵੱਲੋਂ ਆਪਣੇ ਬਜ਼ੁਰਗਾਂ ਦੇ ਨਾਲ ਜਾਨਵਰਾਂ ਤੋਂ ਵੀ ਮਾੜਾ ਜਿਹੜਾ ਬਿਹੇਵ ਹੈ ਉਹ ਕੀਤਾ ਗਿਆ। ਇੱਥੋਂ ਤੱਕ ਸੁਸਾਇਟੀ ਹੈਗੀ ਜਿਹੜੀ ਉਹ ਪਹੁੰਚੀ ਕਿਵੇਂ ਹੈ? ਕਿਉਂਕਿ ਭਾਰਤ ਦਾ ਤਾਂ ਮੰਨਿਆ ਜਾਂਦਾ ਕਿ ਸਾਡਾ ਮੁਲਕ ਤਾਂ ਬਹੁਤ ਸੰਸਕਾਰੀ ਹੈ ਔਰ ਅਸੀਂ ਤਾਂ ਆਪਣੀ ਜਿਹੜੀ ਸੰਸਕ੍ਰਿਤੀ ਹੈ ਜਾਂ ਸਾਡਾ ਜਿਹੜਾ ਸੱਭਿਆਚਾਰ ਹੈ ਉਸੇ ਨੂੰ ਲੈ ਕੇ ਅਸੀਂ ਤਾਂ ਹਮੇਸ਼ਾ ਬੋਸਟ ਕਰਦੇ ਹਾਂ। इस चीज़ मैं कहना चाहती हूँ जो आजकल की हमारी जनरेशन है उसके पास कल्चर ही नहीं है, उसके पास जो संस्कार होते हैं वो कमी है। बेरोजगारी देश में बढ़ती जा रही है। जनता को, जो हमारे युवा हैं, यंग जनरेशन, उनको पता ही नहीं करना क्या है जीवन में। उनको अपने पेरेंट्स से बिहेव करना नहीं आता, उनको अपने माँ बाप से इज्जत करनी नहीं आती, उनको सिखाया नहीं जाता। लोग इतने बिजी हैं, उनके पास अपने बच्चों के लिए टाइम नहीं है। ये सब कुल मिला के इस चीज़ पे आ जाते हैं कि बुजुर्गों को इज्जत, मान सम्मान देना कम हो गया है। इवन कम क्या हो गया, दिया ही नहीं जाता है। ठीक है, तब इज्जत मान सम्मान है ਜਿਹੜਾ ਉਹ ਘਟਿਆ ਔਰ ਡਰਾਸਟਿਕਲੀ ਘਟ ਰਿਹਾ ਹੈਗਾ ਜੋ ਅਸੀਂ ਦੇਖ ਰਹੇ ਹਾਂ। ਕੁਝ ਅਸੀਂ ਇਸ ਨੂੰ ਲੈ ਕੇ ਜਿਹੜੀ ਰਿਸਰਚ ਕੀਤੀ, ਜੋ ਕੁਝ ਅੰਕੜੇ ਹੈਗੇ ਉਹ ਸਾਹਮਣੇ ਆਏ, ਉਹ ਵੀ ਤੁਹਾਨੂੰ ਦਿਖਾਉਣੇ ਆ ਸਕਰੀਨ ਤੇ ਹੀ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਕਿਸ ਤਰ੍ਹਾਂ ਦਾ ਡੇਟਾ ਹੈ ਜਿਹੜਾ ਉਹ ਪੰਜਾਬ ਕਿੱਥੇ ਕੁ ਖੜਦਾ ਹੈ ਉਸ ਮਾਮਲੇ 'ਚ, ਹਰਿਆਣਾ ਕਿੱਥੇ ਖੜਦਾ ਹੈ, ਉਹ ਤੁਹਾਨੂੰ ਦਿਖਾ ਰਹੇ ਹਾਂ। ਬਜ਼ੁਰਗਾਂ ਦੇ ਨਾਲ ਮਾੜਾ ਵਤੀਰਾ ਜਿਹੜਾ ਕੀਤਾ ਜਾਂਦਾ ਹੈ, NCRB ਦੀ ਰਿਪੋਰਟ ਦੇ ਮੁਤਾਬਕ 2021 ਦੇ ਵਿੱਚ 26,000 ਇਸ ਤਰ੍ਹਾਂ ਦੇ ਮਾਮਲੇ ਪੂਰੇ ਮੁਲਕ ਦੇ ਵਿੱਚ ਸਾਹਮਣੇ ਆਏ ਬਜ਼ੁਰਗਾਂ ਤੇ ਤਸ਼ੱਦਦ ਦੇ। ਤੇ ਜਿਹੜੀਆਂ ਟੌਪ 3 ਸਟੇਟਸ ਨੇ ਉਹਨਾਂ ਦੇ ਵਿੱਚ ਮਹਾਰਾਸ਼ਟਰ, ਮੱਧ ਪ੍ਰਦੇਸ਼, ਤੇਲੰਗਾਨਾ। ਪੰਜਾਬ ਇਹਨਾਂ ਮਾਮਲਿਆਂ ਦੇ ਵਿੱਚ ਕਾਫੀ ਪਿੱਛੇ ਹੈ। 335 ਇਸ ਤਰ੍ਹਾਂ ਦੇ ਕੇਸਿਸ ਆਏ ਸੀ, ਪਰ ਕੁਝ ਲੋਕ ਇਹ ਵੀ ਕਹਿੰਦੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਆ ਜਿਹੜੇ ਉਹ ਰਿਪੋਰਟ ਨਹੀਂ ਹੁੰਦੇ। ਅਸੀਂ ਪਿਛਲੇ 3 ਘਟਨਾਵਾਂ ਚੱਕੀਏ ਤਾਂ 3 ਘਟਨਾਵਾਂ ਦੇ ਵਿੱਚੋਂ ਇੱਕ ਵੀ ਘਟਨਾ ਜਿਹੜੀ ਉਹ ਰਿਪੋਰਟ ਨਹੀਂ ਹੋਈ। ਮਾਂ ਬਾਪ ਦੇ ਲੋਕ ਖੁਦ ਹੀ ਕਹਿ ਦਿੱਤਾ ਗਿਆ ਕਿ ਮੈਂ ਕੋਈ FIR ਨਹੀਂ ਦਰਜ ਕਰਾਉਣੀ। ਤਾਂ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈਗੇ ਫਿਰ ਉਹ ਕਿਸੇ ਗਿਣਤੀ 'ਚ ਨਹੀਂ ਆਉਂਦੇ, ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ। ਹੁਣ ਹੈਲਪੇਜ ਇੰਡੀਆ ਦੇ ਵੱਲੋਂ ਇੱਕ ਸਰਵੇ ਕੀਤਾ ਗਿਆ, ਉਹਨਾਂ ਦੇ ਮੁਤਾਬਕ ਭਾਰਤ ਦੇ ਵਿੱਚ ਕਰੀਬ 16% ਜਿਹੜੇ ਬਜ਼ੁਰਗ ਨੇ, ਔਰਤਾਂ ਨੇ ਖਾਸ ਕਰਕੇ ਮਹਿਲਾ, ਉਹਨਾਂ ਨੂੰ ਇਸ ਤਰ੍ਹਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ। 50% ਨੇ ਸਰੀਰਕ ਹਿੰਸਾ ਦੇ ਮਾਮਲੇ ਜਿਹੜੇ ਹੈ ਉਹ ਦਰਜ ਕਰਵਾਏ। 46% ਬਜ਼ੁਰਗ ਹੈ ਜਿਹੜੇ ਉਹ ਬਦਜ਼ੁਬਾਨੀ ਦਾ ਸ਼ਿਕਾਰ ਹੈਗੇ, ਉਹਨਾਂ ਦੇ ਨਾਲ ਮਾੜਾ ਵਤੀਰਾ ਕੀਤਾ ਜਾਂਦਾ, ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਨਹੀਂ ਕੀਤਾ ਜਾਂਦਾ। 73% ਨੌਜਵਾਨ ਮੰਨਦੇ ਨੇ ਕਿ ਬਜ਼ੁਰਗਾਂ ਦੇ ਨਾਲ ਵਤੀਰਾ ਮਾੜਾ ਹੁੰਦਾ। 29% ਨੌਜਵਾਨਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੇ ਨਾਲ ਜਿਹੜਾ ਕੁੱਟਮਾਰ ਹੈ ਉਹ ਆਮ ਗੱਲ ਹੈ। ਹੁਣ ਇਸੇ ਤੇ ਅੱਜ ਦੀ ਚਰਚਾ ਹੈਗੀ ਜਿਹੜੀ ਉਹਨੂੰ ਅੱਗੇ ਵਧਾਉਣੇ ਆ। ਵਿਕਰਮ, ਸਭ ਤੋਂ ਪਹਿਲਾਂ ਜਿਹੜਾ ਨੈਸ਼ਨਲ ਸਰਵੇ ਦੀ ਗੱਲ ਕਰੀਏ ਔਰ ਉਸ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਜੇ ਆਪਾਂ ਰਿਸਰਚ 'ਤੇ ਜਾਈਏ, ਭਾਰਤ ਕਿੱਥੇ ਕੁ ਖੜ੍ਹਦਾ ਹੈ ਉਸ ਮਾਮਲੇ ਦੇ ਵਿੱਚ? ਅਸੀਂ ਮੇਰਾ ਖਿਆਲ ਹੈ ਸਾਊਥ ਏਸ਼ੀਆ ਦੇ ਵਿੱਚ ਤਾਂ ਅਸੀਂ ਹੋਵਾਂਗੇ ਟੌਪ 'ਤੇ, ਪਰ ਉਸ ਤੋਂ ਉੱਪਰ ਵੀ ਹੋ ਸਕਦੇ ਹਾਂ ਵਰਲਡ ਦੇ ਵਿੱਚ। ਕਿ ਕੀ ਹੈ ਇਸ ਤਰ੍ਹਾਂ ਦਾ ਜਿਹੜਾ ਡਾਟਾ ਹੈ ਉਹ ਕੀ ਦੱਸਦਾ? ਜੀ ਥੈਂਕਸ ਗੁਰਪ੍ਰੀਤ। ਪਹਿਲਾਂ ਤਾਂ ਮੈਂ ਦੱਸਦਾ ਕਿ ਅਗਰ ਆਪਾਂ ਐਲਡਰਲੀ ਅਬਿਊਜ਼ ਦੀ ਗੱਲ ਕੀਤੀ ਜਾਵੇ, ਜਿਹਦੇ ਵਿੱਚ ਬਜ਼ੁਰਗਾਂ ਨਾਲ ਮਾੜਾ ਵਤੀਰਾ ਹੁੰਦਾ ਜਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਆ, ਉਸ ਦੇ ਵਿੱਚ ਭਾਰਤ ਦੀ ਸਥਿਤੀ ਬਾਕੀ ਦੇਸ਼ਾਂ ਨਾਲੋਂ ਥੋੜੀ ਜਿਹੀ ਬਿਹਤਰ ਆ। ਸਾਊਥ ਏਸ਼ੀਆ ਦੇ ਵਿੱਚ ਬੈਟਰ ਆ ਈਵਨ। ਅੱਛਾ, ਅਗਰ ਆਪਾਂ ਸਾਊਥ ਏਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਐਲਡਰ ਅਬਿਊਜ਼ ਆ ਉਹ ਭਾਰਤ ਦੇ ਵਿੱਚ 14% ਆ, ਸਭ ਤੋਂ ਘੱਟ ਆ। ਮਤਲਬ ਪਾਕਿਸਤਾਨ ਤੋਂ ਜ਼ਿਆਦਾ ਵਾ, ਨੇਪਾਲ ਦੇ ਵਿੱਚ ਭਾਰਤ ਤੋਂ ਜ਼ਿਆਦਾ ਹੁੰਦਾ ਵਾ। ਠੀਕ ਹੈ। ਸਭ ਤੋਂ ਜ਼ਿਆਦਾ ਜਿਹੜਾ ਐਲਡਰ ਅਬਿਊਜ਼ ਹੈਗਾ ਵਾ ਉਹ 36% ਆ, ਉਹ ਚਾਈਨਾ ਦੇ ਵਿੱਚ ਆ। ਇਹ ਏਸ਼ੀਆ ਪੈਸੀਫਿਕ ਦੀ ਗੱਲ ਕੀਤੀ ਜਾਵੇ। ਇਸ ਤੋਂ ਬਾਅਦ ਅਗਰ ਆਪਾਂ ਡਿਵੈਲਪਡ ਕੰਟਰੀਜ਼ ਦੀ ਗੱਲ ਕਰੀਏ, ਜਿਵੇਂ ਅਸੀਂ ਨਾਰਥ ਅਮਰੀਕਾ ਦੀ ਗੱਲ ਕਰੀਏ, ਤਾਂ ਉੱਥੇ ਕੇਸ ਥੋੜ੍ਹਾ ਜਿਹਾ ਆਪਾਂ ਨੂੰ ਅਲੱਗ ਤਰੀਕੇ ਨਾਲ ਦੇਖਣਾ ਪਵੇਗਾ ਕਿਉਂਕਿ ਉਹ ਡਿਵੈਲਪ ਕੰਟਰੀਜ਼ ਨੇ। ਹੁਣ ਡਿਵੈਲਪ ਕੰਟਰੀਜ਼ ਦੀਆਂ ਅਗਲੇ ਆਪਣੇ ਚੈਲੰਜਿਸ ਹੁੰਦੇ ਨੇ। ਹੁਣ ਉਸੇ ਜਿਹੜੀ ਇੱਕ ਐਪੀਡੈਮੋਲੋਜਿਕ ਸਟੱਡੀ ਹੋਈ ਆ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੇ ਬਜ਼ੁਰਗ ਅਮਰੀਕਾ ਦੇ ਵਿੱਚ ਥੋੜ੍ਹੇ ਆਰਥਿਕ ਪੱਖੋਂ ਮਜ਼ਬੂਤ ਨੇ, ਉਹਨਾਂ ਦੇ ਜਿਹੜੇ ਅਬਿਊਜ਼ ਹੋਣ ਦੇ ਚਾਂਸਿਸ ਆ 10% ਆ।
ਪਰ ਜਿੱਥੇ ਜਿਹੜੇ ਬਜ਼ੁਰਗ ਜਿਹੜੇ ਡਿਮੈਂਸ਼ੀਆ ਦੀ ਪ੍ਰੋਬਲਮ ਫੇਸ ਕਰ ਰਹੇ ਨੇ, ਅਲਜ਼ਾਈਮਰ ਦੀ ਪ੍ਰੋਬਲਮ ਫੇਸ ਕਰ ਰਹੇ ਨੇ, ਉਹਨਾਂ ਦੇ ਜਿਹੜੇ ਅਬਿਊਜ਼ ਦੇ ਚਾਂਸ ਆ 47% ਹੋ ਜਾਂਦੇ ਆ। ਮਤਲਬ ਤਕਰੀਬਨ 100 ਦੇ ਵਿੱਚੋਂ 50 ਬਜ਼ੁਰਗ ਲੋਕਾਂ ਦੇ ਅਮਰੀਕਾ ਦੇ ਵਿੱਚ ਸ਼ੋਸ਼ਣ ਹੁੰਦਾ ਵਾ ਉਹਨਾਂ ਦੇ ਬੱਚਿਆਂ ਦੁਆਰਾ। ਹੁਣ ਗੱਲ ਕਰਦੇ ਹਾਂ ਅਗਰ ਆਪਾਂ ਯੂਰਪ ਦੀ, ਤੇ ਯੂਰਪ ਦੀ ਸਥਿਤੀ ਪੂਰੇ ਮਤਲਬ ਵਿਸ਼ਵ ਦੇ ਵਿੱਚ ਸਭ ਤੋਂ ਬਿਹਤਰ ਆ, ਜਿੱਥੇ ਆਇਰਲੈਂਡ ਸਭ ਤੋਂ ਘੱਟ ਜਿਹੜੇ ਅਬਿਊਜ਼ ਦੇ ਕੇਸਿਸ ਆ ਰਿਪੋਰਟ ਕੀਤੇ ਜਾਂਦੇ ਸਿਰਫ 2% ਆ। ਉੱਥੇ ਹੀ ਆਪਾਂ ਨੂੰ ਕੰਟਰਾਸਟ ਦੇਖਣ ਨੂੰ ਮਿਲਦਾ ਵਾ ਕ੍ਰੋਏਸ਼ੀਆ ਦੇ ਵਿੱਚ। ਕ੍ਰੋਏਸ਼ੀਆ ਵੀ ਇੱਕ ਯੂਰਪੀਅਨ ਕੰਟਰੀ ਆ ਜਿੱਥੇ ਜਿਹੜੇ ਅਬਿਊਜ਼ ਦੇ ਕੇਸਿਸ ਆ 61% ਆ। ਮਤਲਬ ਹਰ 100 ਦੇ ਵਿੱਚੋਂ 61 ਜਿਹੜੇ ਬਜ਼ੁਰਗ ਆ ਉਹ ਕੇਸ ਰਿਪੋਰਟ ਕਰ ਰਹੇ ਨੇ। ਉਸ ਤੋਂ ਬਾਅਦ ਅਗਰ ਆਪਾਂ ਅਫਰੀਕਾ ਦੀ ਗੱਲ ਕੀਤੀ ਜਾਵੇ ਤੇ ਅਫਰੀਕਾ ਦੇ ਵਿੱਚ ਕੁਝ ਡਿਵੈਲਪ ਕੰਟਰੀ ਆ ਜਿੱਦਾਂ ਕਿ ਸਾਊਥ ਅਫਰੀਕਾ, ਉਸ ਤੋਂ ਬਾਅਦ ਡਿਵੈਲਪਿੰਗ ਕੰਟਰੀਜ਼ ਵੀ ਨੇ। ਸੋ ਉੱਥੇ ਵੀ ਜਿਹੜੇ ਕੇਸ ਆ ਵੇਰੀ ਕਰ ਰਹੇ ਨੇ 30 ਤੋਂ 44% ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਭਾਰਤ ਦੀ। NCRB ਦੀ ਰਿਪੋਰਟ ਸਾਨੂੰ ਪੂਰੇ ਇੰਡੀਆ ਦੇ ਵਿੱਚ ਦੱਸਦੀ ਆ ਕ੍ਰਾਈਮ ਦਾ ਸਟੇਟਸ ਕੀ ਆ, ਹਰ ਕੈਟੇਗਰੀ ਦੇ ਵੇਰੀਏਸ਼ਨਸ ਦੱਸਦੀ ਆ। ਹੁਣ ਜਿਸ ਤਰ੍ਹਾਂ ਗੱਲ ਕੀਤੀ ਗਈ ਕਿ 2021 ਦੇ ਵਿੱਚ ਭਾਰਤ ਵਿੱਚ 26,110 ਕੇਸਿਸ ਰਿਪੋਰਟ ਕੀਤੇ ਗਏ ਆ। ਇਹ ਸਿਰਫ ਉਹ ਕੇਸਿਸ ਆ ਜਿਹੜੇ ਰਿਪੋਰਟ ਹੋਏ ਨੇ, ਕਈ ਕੇਸਿਸ ਤੇ ਰਿਪੋਰਟ ਵੀ ਨਹੀਂ ਹੁੰਦੇ। ਇਹ ਗੱਲ ਮੰਨਣ ਕੇਸਿਸ ਦੀ ਜਿਹੜਾ ਰੈਫਰੈਂਸ ਲੈ ਕੇ ਚੱਲ ਰਹੇ ਹੋ, ਤਿੰਨੋਂ ਕੇਸਿਸ ਹੀ ਨਹੀਂ ਰਿਪੋਰਟ ਹੋਏ ਜੀ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸਿਰਫ 335 ਮਾਮਲੇ ਦਰਜ ਆ। ਇਹ ਮੰਨਣ ਦੇ ਵਿੱਚ ਨਹੀਂ ਆਉਂਦਾ ਕਿ ਸਿਰਫ ਪੰਜਾਬ ਦੇ ਵਿੱਚ 335 ਮਾਮਲੇ ਹੀ ਹੋਏ ਹੋਣਗੇ, ਇਸ ਤੋਂ ਜ਼ਿਆਦਾ ਹੋਣਗੇ। ਇਹਦਾ ਅਗਰ ਆਪਾਂ ਐਨਾਲਿਸਿਸ ਕਰਨਾ ਹੋਵੇ ਤੇ ਆਪਾਂ ਨੂੰ ਹੈਲਪ ਏਜ ਇੰਡੀਆ ਦਾ ਸਰਵੇ ਦੇਖਣਾ ਪਵੇਗਾ ਜੋ ਸਾਨੂੰ ਕਲੀਅਰ ਕੱਟ ਪਿਕਚਰ ਦੱਸ ਦੇਗਾ ਕਿ ਇੰਡੀਆ ਦੀ ਸਥਿਤੀ ਕੀ ਆ ਬਜ਼ੁਰਗ ਲੋਕਾਂ ਦੇ ਨਾਲ। ਭਾਰਤ ਵਿੱਚ 16% ਬਜ਼ੁਰਗ ਔਰਤਾਂ ਨੇ ਸ਼ੋਸ਼ਣ ਦਾ ਮਾਮਲਾ ਦੱਸਿਆ ਕਿ ਉਹਨਾਂ ਨਾਲ ਕਿਸੇ ਨਾ ਕਿਸੇ ਟਾਈਪ ਦਾ ਸ਼ੋਸ਼ਣ ਹੋਇਆ ਵਾ, ਜਿਸ ਦੇ ਵਿੱਚੋਂ ਇਹਨਾਂ 16% ਦੇ ਵਿੱਚੋਂ 50% ਔਰਤਾਂ ਇਦਾਂ ਦੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨਾਲ ਸਰੀਰਕ ਹਿੰਸਾ ਹੋਈ ਆ। ਚਲੋ ਮੈਂ ਆ ਰਿਹਾ ਤੁਹਾਡੇ ਕੋਲ। ਉਸ ਤੋਂ ਪਹਿਲਾਂ ਸੋਨੀਆ ਜੀ, ਜੇ ਇਹ ਦੇਖਿਆ ਜਾਵੇ ਕਿ ਇਸ ਤਰ੍ਹਾਂ ਦੇ ਕੇਸਿਸ ਆ ਰਹੇ, ਹੁਣ ਤੁਸੀਂ ਇਹ 2-3 ਕੇਸਿਸ ਦੇਖੇ ਰਿਪੋਰਟ ਦੇ ਵਿੱਚ, ਰੀਸੈਂਟਲੀ ਆਪਾਂ ਗੱਲ ਕਰ ਲਈ ਅੰਮ੍ਰਿਤਸਰ ਵਾਲੇ ਕੇਸ ਦੀ। ਅੰਮ੍ਰਿਤਸਰ ਦਾ ਜਿਹੜਾ ਕੇਸ ਹੈ ਉਸ ਦੇ ਵਿੱਚ ਮਾਂ ਹੈ ਜਿਹੜੀ ਉਹ ਰਾਜ਼ੀ ਨਹੀਂ ਹੈ ਕਿ ਮੈਂ ਕੋਈ FIR ਦਰਜ ਕਰਾਵਾਂ, ਮੈਂ ਕੋਈ ਰਿਪੋਰਟ ਦਰਜ ਕਰਾਵਾਂ, ਬਲਕਿ ਮਤਲਬ ਦਿਲ ਪਸੀਜਿਆ ਜਾਂਦਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ। ਵੈਨ ਯੂ ਸੀ ਕਿ ਉਸੇ ਮਾਂ ਦੇ ਨਾਲ ਕੁੱਟਮਾਰ ਹੋਈ ਹੈ, ਉਸੇ ਨੂੰ ਜਾਨਵਰਾਂ ਤਰ੍ਹਾਂ ਇੱਕ ਜਿਹੜਾ ਨੌਜਵਾਨ ਹੈ ਉਹ ਕੁੱਟਦਾ ਹੈ, ਉਹ ਇਹ ਨਹੀਂ ਵੇਖਦਾ ਕਿ ਉਹਦੀ ਮਾਂ ਦੀ ਉਮਰ ਕੀ ਹੈ, ਮੇਰੀ ਕੀ ਹੈ, ਮੈਂ ਇੰਨਾ ਫਿਜ਼ੀਕਲ ਅਸੌਲਟ ਕਰੂੰਗਾ ਇਹਦੀ ਜਾਨ ਨਾ ਚਲੀ ਜਾਵੇ, ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਫਿਰ ਵੀ ਉਹ ਮਾਂ ਜਾ ਕੇ ਕਹਿੰਦੀ ਹੈ ਕਿ ਹਾਲਾਤ ਹੀ ਮਾੜੇ ਹੈ, ਮੇਰਾ ਪੁੱਤਰ ਨਹੀਂ ਮਾੜਾ। ਤਾਂ ਕਿਉਂ ਹੈ मतलब ਜਿਹੜੇ ਬਜ਼ੁਰਗ ਨੇ वो भी फिर स्टैंड क्यों नहीं ले पाते? मैंने भी वो वीडियो देखा है। उस वीडियो में आपने देखा होगा जिसने वो वीडियो बनाया है वो उसकी बहू है। तो पहले तो एक औरत का फर्ज है कि वो दूसरी औरत पे अत्याचार को रोके, अगर हो रहा है तो। उसके जो बेटा अपनी माँ के मार रहा है वो इसलिए मार रहा है क्योंकि उसे उसकी प्रॉपर्टी चाहिए, पैसा चाहिए। तो यहाँ पर और माँ उसकी मार खा रही है, हाथ जोड़ रही है कि प्लीज़ उसके साथ ऐसा मत करो, उस पर। और आप कह रहे हैं कि माँ उस पर क्यों एक्शन नहीं ले रही? क्या आप तो उसे थ्रेट दिया गया हो? अगर वो आज कंप्लेंट भी करती है उसके बाद वो कहाँ जाएगी? आना तो उसको उसी घर में है, उसका बेटा उसे नहीं रखेगा। तो एक बुज़ुर्ग के लिए हमारे पंजाब में, हिंदुस्तान में कोई ऐसी जगह नहीं है कि जहाँ बिना ओल्ड एज होम्स की स्थिति भी बहुत ख़राब है। अगर वो वहाँ जाती है तो उसको पहले कई ओल्ड एज होम में तो पैसे देने पड़ते हैं, और कहीं पर अगर चली भी गई तो वहाँ पर उसको उसके स्वास्थ्य की कोई गारंटी नहीं है कि उसे दवाई दिलाई जाएगी, उसको सुरक्षा दी जाएगी। हमारे हिंदुस्तान की दिक्कत यह है कि यहाँ पर किसी भी चीज़ की गारंटी नहीं है, कोई सिक्योरिटी नहीं है। हम इस यंग एज में हैं फिर भी हम परेशान हैं कि आगे कल क्या होगा। इंसान यही सोच सोच के आधा डिप्रेशन में जा रहा है। उस डिप्रेशन में वो अलग अलग हरकतें कर रहा है, नशे कर रहा है, बेरोजगारी का शिकार है, अपने माँ बाप के खिलाफ वो गलत तरह से उसको मार पीट रहा है। ये सिर्फ एक फ्रस्ट्रेशन है जो वो अपने माँ बाप के साथ माँ बाप को चलो ਇਹਦੇ ਹੁਣ ਸੋਲੂਸ਼ਨਸ ਕੀ ਆ ਉਹਦੇ ਤੇ ਗੱਲ ਕਰਾਂਗੇ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਜਲਦੀ ਵਾਪਸ ਆ ਰਹੇ ਹਾਂ। ਬਣੇ ਰਹੋ ਡੇਲੀ ਪੋਸਟ ਤੇ।